ਹੈਲੋ ਮਾਈ ਡੀਅਰ ਸਟੂਡੈਂਟਸ NMM's ਮੈਥ ਦੀ ਕੋਚਿੰਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਅਲਫਾਬੈਟ ਸੀਰੀਜ਼ ਨਾਲ ਰਿਲੇਟਡ ਕੁਝ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ। ਸੋ ਇੱਦਾਂ ਦੇ ਜਿਹੜੇ ਕੁਐਸਚਨ ਹਨ ਉਹ ਪਿਛਲੇ ਸਾਲਾਂ ਦੇ ਵਿੱਚ NMMS ਦੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਹਨ। ਸੋ ਆਓ ਸ਼ੁਰੂ ਕਰਦੇ ਹਾਂ। So first question is, which letter is exactly midway between G and Q in the given alphabet? ਸੋ ਅਲਫਾਬੈਟ ਸੀਰੀਜ਼ ਪ੍ਰੋਬਲਮ ਦੇ ਜਿਹੜੇ ਕੁਐਸਚਨ ਹਨ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਜਿਹੜਾ ਹੈ ਉਹਨੂੰ A ਤੋਂ Z ਨੂੰ ਜਿਹੜੀ ਹੈ ਉਹਨੂੰ ਨੰਬਰਿੰਗ ਕਰ ਲੈਣੀ ਹੈ। ਸੋ ਡਾਇਰੈਕਟ ਨੰਬਰਿੰਗ ਵੀ ਕਰ ਲੈਣੀ ਹੈ ਔਰ ਰਿਵਰਸ ਆਰਡਰ ਦੇ ਵਿੱਚ ਵੀ ਨੰਬਰਿੰਗ ਤੁਸੀਂ ਕਰ ਲੈਣੀ ਹੈ। ਸੋ ਕਿਉਂਕਿ ਇੱਦਾਂ ਦੇ ਜਿਹੜੇ ਪ੍ਰੋਬਲਮਸ ਹੈਗੀਆਂ ਜਿਹੜੀਆਂ ਉਹ ਰਿਵਰਸ ਆਰਡਰ ਦੇ ਵਿੱਚ ਵੀ ਕੁਝ ਕੁਐਸਚਨ ਜਿਹੜੇ ਹਨ ਉਹ ਪੁੱਛੇ ਜਾਂਦੇ ਹਨ। ਸੋ ਦਿਸ ਇਜ਼ ਏ ਕੁਐਸਚਨ ਆਫ ਅ ਡਾਇਰੈਕਟ ਸੀਰੀਜ਼ ਆਫ ਅਲਫਾਬੈਟ ਸੀਰੀਜ਼। ਸੋ ਇਹਦੇ ਵਿੱਚ ਤੁਸੀਂ ਉਹਨਾਂ ਨੇ ਪੁੱਛਿਆ ਹੈ ਕਿ G ਅਤੇ Q ਦੇ ਵਿੱਚ ਕਿੰਨੇ ਜਿਹੜੇ ਕਿਹੜਾ ਅੱਖਰ ਜਿਹੜਾ ਹੈ ਉਹ ਵਿਚਕਾਰ ਆਉਂਦਾ ਹੈ। ਸੋ G ਨੂੰ ਤੁਸੀਂ ਜਿਹੜਾ ਹੈ ਉਹ ਦੇਖ ਲੈਣਾ ਹੈ, ਦਿਸ ਇਜ਼ ਐਟ ਪੋਜੀਸ਼ਨ ਨੰਬਰ 7 ਐਂਡ Q ਜਿਹੜਾ ਹੈ ਸੋ ਦੈਟ ਇਜ਼ ਐਟ ਪੋਜੀਸ਼ਨ ਨੰਬਰ 17। ਸੋ 7 ਤੋਂ 17 ਦੇ ਵਿਚਕਾਰ ਜਿਹੜੇ ਹਨ ਟੋਟਲ ਤੁਸੀਂ ਕਾਊਂਟ ਕਰ ਸਕਦੇ ਹੋ 1 2 3 4 5 6 7 8 9 9 ਅਲਫਾਬੈਟ ਜਿਹੜੇ ਹਨ ਉਹ G ਅਤੇ Q ਦੇ ਵਿਚਕਾਰ ਆਉਂਦੇ ਹਨ। ਸੋ 9 ਦੇ ਵਿੱਚੋਂ 4 ਤੁਸੀਂ ਇੱਧਰਲੇ ਹਿੱਸੇ ਡਿਵਾਈਡ ਕਰ ਲਏ ਹਨ, 4 ਇੱਧਰ ਕਰ ਲੈਣੇ ਹਨ। ਤੋ ਜਿਹੜਾ ਬਿਲਕੁਲ G ਅਤੇ Q ਦੇ ਵਿਚਕਾਰ ਜਿਹੜਾ ਅਲਫਾਬੈਟ ਆ ਰਿਹਾ ਹੈ ਦੈਟ ਇਜ਼ ਅਲਫਾਬੈਟ L. So second is the correct option for this question. So next question is, which letter is midway between the 18th letter from the left and 10th letter from the right end? ਹੁਣ ਇੱਦਾਂ ਦੇ ਜਿਹੜੇ ਕੁਐਸਚਨ ਤੁਸੀਂ ਜਿਨ੍ਹਾਂ ਨੂੰ ਦੋ ਹਿੱਸਿਆਂ ਦੇ ਵਿੱਚ ਉਹਨਾਂ ਨੇ ਸਾਨੂੰ ਸਟੇਟਮੈਂਟ ਦਿੱਤੀ ਹੋਈ ਹੈ। ਸੋ ਜਿਹੜੀ ਤੁਸੀਂ ਸੈਕਿੰਡ ਸਟੇਟਮੈਂਟ ਹੈ ਸੋ 10th ਲੈਟਰ ਫਰੋਮ ਦੀ ਰਾਈਟ ਐਂਡ ਉਹਨੂੰ ਆਪਾਂ ਪਹਿਲੇ ਸੋਲਵ ਕਰਨਾ ਹੈ ਅਤੇ ਜਿਹੜੀ ਫਸਟ ਸਟੇਟਮੈਂਟ ਹੈ ਉਹਨੂੰ ਆਪਾਂ ਬਾਅਦ ਦੇ ਵਿੱਚ ਜਿਹੜਾ ਹੈ ਉਹ ਸੋਲਵ ਕਰਨਾ ਹੈ। ਸੋ 10th ਲੈਟਰ ਫਰੋਮ ਦੀ ਰਾਈਟ ਐਂਡ, ਸੋ ਰਾਈਟ ਐਂਡ ਜਿਹੜਾ ਹੈ ਦਿਸ ਇਜ਼ ਕੰਸੀਡਰਡ ਐਜ਼ ਲੈਫਟ ਐਂਡ ਐਂਡ ਦਿਸ ਇਜ਼ ਕੰਸੀਡਰਡ ਐਜ਼ ਆਵਰ ਰਾਈਟ ਐਂਡ। ਸੋ ਜਿਹੜਾ ਆਪਾਂ ਅਲਫਾਬੈਟ ਲੱਭਣਾ ਹੈ ਰਾਈਟ ਐਂਡ ਤੋਂ ਜਿਹੜਾ 10th ਨੰਬਰ ਦੇ ਉੱਤੇ ਹੈ। ਸੋ 10th ਨੰਬਰ ਦੇ ਉੱਤੇ ਜਿਹੜਾ ਅਲਫਾਬੈਟ ਹੈ ਦੈਟ ਇਜ਼ ਅਲਫਾਬੈਟ Q ਐਂਡ ਸੈਕਿੰਡ ਜਿਹੜਾ ਪਾਰਟ ਕੀ ਕਹਿ ਰਿਹਾ ਹੈ 18th ਲੈਟਰ ਫਰੋਮ ਦੀ ਲੈਫਟ ਐਂਡ। ਹੁਣ ਉਹਦੇ ਲੈਫਟ ਐਂਡ ਦੇ ਉੱਤੋਂ ਤੁਸੀਂ 18th ਲੈਟਰ ਜਿਹੜਾ ਹੈ ਉਹ ਫਾਈਂਡ ਆਊਟ ਕਰਨਾ ਹੈ। ਲੈਫਟ ਐਂਡ ਤੋਂ ਜਿਹੜਾ 18th ਹੈ ਸੋ ਇੱਧਰੋਂ ਆਪਾਂ ਸ਼ੁਰੂ ਕਰਕੇ 18th ਨੰਬਰ ਦੇ ਉੱਤੇ ਜਿਹੜਾ ਅਲਫਾਬੈਟ ਆਉਂਦਾ ਹੈ ਦੈਟ ਇਜ਼ ਅਲਫਾਬੈਟ R। ਸੋ ਇਹਨਾਂ ਦੋਵਾਂ ਦੇ ਵਿਚਕਾਰ ਆਪਾਂ ਜਿਹੜਾ ਮਿਡਵੇ ਹੈ ਉਹ ਅਲਫਾਬੈਟ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ Q ਅਤੇ R ਦੇ ਵਿਚਕਾਰ ਕੋਈ ਵੀ ਅਲਫਾਬੈਟ ਜਿਹੜਾ ਹੈ ਉਹ ਨਹੀਂ ਆ ਰਿਹਾ। ਸੋ option A is the correct option for this question. So next question is, which letter in the alphabet is as far from G as T is from N? ਕੀ ਕਹਿੰਦਾ वर्णमाला में कौन सा अक्षर जैसे T M से उतना ही दूर है जितना कि T G से है? सो T is from M. सो तुसी T देखो T किथे है। सो T is at 20th and M ਜਿਹੜਾ ਹੈ that is from 13th. ਸੋ T ਤੇ M ਦੇ ਵਿਚਕਾਰ ਜਿਹੜਾ ਡਿਫਰੈਂਸ ਕਿੰਨਾ ਹੈ 20-13 7 ਦਾ ਜਿਹੜਾ ਡਿਫਰੈਂਸ ਹੈ ਉਹ ਦੋਵਾਂ ਦੇ ਵਿਚਕਾਰ ਹੈ। ਸੋ ਇਸੇ ਤਰ੍ਹਾਂ ਹੀ ਅਸੀਂ ਜਿਹੜਾ G ਤੋਂ ਉਨੇ ਡਿਸਟੈਂਸ ਦੇ ਉੱਤੇ ਕਿਹੜਾ ਲੈਟਰ ਹੋਏਗਾ। ਸੋ G ਜਿਹੜਾ ਹੈ ਦੈਟ ਇਜ਼ ਐਟ ਪੋਜੀਸ਼ਨ ਨੰਬਰ 7। ਸੋ 7 ਅਤੇ 7 14। ਸੋ 14ਵੇਂ ਨੰਬਰ ਦੇ ਉੱਤੇ ਜਿਹੜਾ ਕਿਹੜਾ ਅਲਫਾਬੈਟ ਪਿਆ ਹੋਇਆ ਹੈ ਸੋ ਦੈਟ ਇਜ਼ ਅਲਫਾਬੈਟ N. ਸੋ option B is the correct answer for this question. So next question is, which letter is 16th to the right
of the letter which is fourth to the left of I। ਸੋ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਤੁਸੀਂ ਜਿਹੜਾ ਸੈਕਿੰਡ ਪਾਰਟ ਹੈ ਉਹਨੂੰ ਪਹਿਲੇ ਸੋਲਵ ਕਰਨਾ ਹੈ, ਉਸ ਤੋਂ ਬਾਅਦ ਜਿਹੜਾ ਫਸਟ ਪਾਰਟ ਹੈ ਉਹਨੂੰ ਤੁਸੀਂ ਜਿਹੜਾ ਹੈ ਉਹ ਬਾਅਦ ਵਿੱਚ ਸੋਲਵ ਕਰਨਾ ਹੈ। ਸੋ ਲੈਟਰ ਵਿਚ ਇਜ਼ fourth to the left of I। ਸੋ I ਦੇਖੋ ਕਿੱਥੇ ਪਿਆ ਹੈ, I is at 9th place, ਉਹਦੇ ਲੈਫਟ ਦੇ ਉੱਤੇ। ਸੋ fourth to the left of I 1 2 3 4। ਸੋ ਜਿਹੜਾ E ਹੈ that is fourth to the left of I। ਸੋ ਦੂਸਰਾ ਕੀ ਕਹਿ ਰਿਹਾ ਹੈ, it is letter is 16th to the right of letter। ਸੋ E ਤੋਂ ਜਿਹੜਾ ਹੁਣ 16th ਨੰਬਰ ਦੇ ਉੱਤੇ ਰਾਈਟ ਸਾਈਡ ਨੂੰ, ਸੋ ਰਾਈਟ ਸਾਈਡ ਨੂੰ ਮਤਲਬ ਇਸ ਪਾਸੇ 16 ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ। ਸੋ ਦਿਸ ਇਜ਼ ਐਟ 5th ਪੋਜੀਸ਼ਨ। ਸੋ 5 ਦੇ ਵਿੱਚ ਆਪਾਂ ਜੇ 16 ਐਡ ਕਰਾਂਗੇ, 16 + 5 that is 21। ਸੋ 21 ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ, that is letter U। So option C is the correct option for this question। So next question is, which letter will be 6th to the left? This is our first part, and of the 19th letter from the right hand। So right hand ਜਿਹੜਾ ਹੈ ਸਾਡਾ ਇਹ ਵਾਲਾ ਹੈ, right hand ਹੈ। So right hand ਤੋਂ 19th ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ, ਤੁਸੀਂ ਹੁਣ ਉੱਪਰੋਂ ਸਟੇਟਮੈਂਟ ਪੜ੍ਹ ਲੈਣੀ ਹੈ। ਸੋ H ਜਿਹੜਾ ਹੈ ਉਹ ਰਾਈਟ ਹੈਂਡ ਤੋਂ 19th ਨੰਬਰ ਦੇ ਉੱਤੇ ਪਿਆ ਹੈ, ਐਂਡ ਵਿਚ ਲੈਟਰ ਵਿਲ ਬੀ 6th ਟੂ ਦੀ ਲੈਫਟ। ਹੁਣ ਇਹਦੇ 6th ਦੇ ਸਾਈਡ ਦੇ ਉੱਤੇ ਕਿਹੜਾ ਲੈਟਰ ਪਿਆ ਹੈ, 6 ਡਿਜਿਟ ਆਪਾਂ ਪਿੱਛੇ ਮੂਵ ਕਰਨਾ ਹੈ, 1 2 3 4 5 ਤੇ 6। ਸੋ 19th ਲੈਟਰ ਤੋਂ 6th ਲੈਫਟ ਦੇ ਉੱਤੇ ਕਿਹੜਾ ਡਿਜਿਟ ਅਲਫਾਬੈਟ ਪਿਆ ਹੈ, ਦੈਟ ਇਜ਼ ਅਲਫਾਬੈਟ B। ਸੋ B ਜਿਹੜਾ ਹੈ ਇਹਦੇ ਵਿੱਚੋਂ ਸਾਨੂੰ ਕੁਝ ਵੀ ਆਪਸ਼ਨ ਦੇ ਵਿੱਚ ਨਹੀਂ ਦਿੱਤਾ ਹੋਇਆ। ਸੋ ਨਨ ਆਫ ਦੀ ਅਬਵ ਇਜ਼ ਦੀ ਆਨਸਰ ਫਾਰ ਦਿਸ ਕੁਐਸਚਨ। ਸੋ ਨੈਕਸਟ ਕੁਐਸਚਨ ਇਜ਼, which of the following is the 12th letter to the left? So this is first part of the statement, of the 17th letter from the left hand। ਹੁਣ ਲੈਫਟ ਹੈਂਡ ਤੋਂ ਤੁਸੀਂ ਦੇਖਣਾ ਹੈ 17th ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ, that is letter Q। ਐਂਡ ਫਸਟ ਪਾਰਟ 'ਚ ਕੀ ਕਹਿ ਰਿਹਾ ਹੈ, 12th letter to the left। ਸੋ ਇਹਦੇ ਲੈਫਟ ਸਾਈਡ 12th ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ। ਸੋ ਦਿਸ ਇਜ਼ 1 2 3 4 5 6 7 8 9 10th 11th 12th। ਸੋ ਲੈਟਰ E ਜਿਹੜਾ ਹੈ, ਸੋ that is 12th letter to the left of the 17th letter from the left hand। ਸੋ option E ਜਿਹੜਾ ਹੈ that is option A is the correct answer for this question। So next question is, which letter is 17th to the right? This is first part of the statement, which is 18th letter from the right hand। So right hand ਜਿਹੜਾ ਹੈ this is our right hand। So right hand ਤੋਂ 18th ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ, that is letter I, and this is ਇਹਦੇ ਤੋਂ 7th to the right। ਹੁਣ ਇਹਦੇ ਤੋਂ 7 ਡਿਜਿਟ ਦੇ ਉੱਤੇ ਕਿਹੜਾ ਜਿਹੜਾ ਰਾਈਟ ਸਾਈਡ ਦੇ ਉੱਤੇ ਕਿਹੜਾ ਲੈਟਰ ਪਿਆ ਹੈ, this is 1 2 3 4 5 6 7। ਸੋ that is letter P ਜਿਹੜਾ ਹੈ, that is which is the option C is the correct answer for this question। ਸੋ ਇਹਦੇ ਲਈ ਤੁਸੀਂ ਜਿਹੜਾ ਹੈ A ਤੋਂ ਲੈ ਕੇ Z ਤੱਕ ਜਿਹੜੀ ਹੈ ਇੱਕ ਲੈਫਟ ਤੋਂ ਰਾਈਟ ਤੱਕ ਨੰਬਰਿੰਗ ਤੁਸੀਂ ਕਰ ਲੈਣੀ ਹੈ। ਸੋ ਇਸੇ ਤਰ੍ਹਾਂ ਰਾਈਟ ਤੋਂ ਲੈਫਟ ਤੱਕ ਤੁਸੀਂ ਜਿਹੜੀ ਹੈ ਉਹ ਨੰਬਰਿੰਗ ਕਰ ਲੈਣੀ ਹੈ। ਸੋ ਇੱਦਾਂ ਕਰਨ ਦੇ ਨਾਲ ਤੁਹਾਨੂੰ ਕੀ ਹੈ, ਜਿਹੜਾ ਇੱਦਾਂ ਦੇ ਕੁਐਸਚਨ ਜਿਹੜੇ ਹਨ ਈਜ਼ਲੀ ਤੁਸੀਂ ਜਿਹੜੇ ਹੈ ਘੱਟ ਟਾਈਮ ਦੇ ਵਿੱਚ ਸੋਲਵ ਕਰ ਸਕਦੇ ਹੋ। ਸੋ ਆਓ ਹੋਰ ਕੁਐਸਚਨ ਡਿਸਕਸ ਕਰਦੇ ਹਾਂ ਇੱਦਾਂ ਦੇ। ਸੋ ਨੈਕਸਟ ਕੁਐਸਚਨ ਇਜ਼, which letter is 17th to the right? This is first part of the statement, of the 13th letter from the left hand। ਸੋ ਲੈਫਟ ਹੈਂਡ ਜਿਹੜਾ ਹੈ this is our left hand। 13th ਨੰਬਰ ਦੇ ਉੱਤੇ ਸਾਡੇ ਕੋਲ ਲੈਟਰ ਪਿਆ ਹੈ M, and which is
7th to the right, ਸੋ ਇਹਦੇ ਰਾਈਟ ਸਾਈਡ ਦੇ ਉੱਤੇ 7 ਡਿਜਿਟ ਤੋਂ ਬਾਅਦ ਕਿਹੜਾ ਲੈਟਰ ਪਿਆ ਹੈ 1 2 3 4 5 6 7, ਸੋ T ਜਿਹੜਾ ਹੈ so that is option B is the correct answer for this question. So this is a different type of question. So question is, if the order of English alphabet is reversed, ਹੁਣ ਉਹ ਕੀ ਕਹਿ ਰਿਹਾ ਹੈ ਕਿ ਜਿਹੜਾ ਆਰਡਰ ਹੈ ਅਲਫਾਬੈਟ ਦਾ A ਤੋਂ Z ਤੱਕ ਜੇ ਆਪਾਂ ਉਹਨੂੰ ਰਿਵਰਸ ਕਰ ਦਈਏ, ਰਿਵਰਸ ਦਾ ਮਤਲਬ ਕੀ ਹੈ ਕਿ ਆਪਾਂ ਉਹਨੂੰ ਉਲਟਾ ਲਿਖ ਦਈਏ। ਜਿਸ ਤਰ੍ਹਾਂ ਮੈਂ ਇੱਥੇ ਲਿਖਿਆ ਹੋਇਆ ਹੈ Z ਤੋਂ ਲੈ ਕੇ A ਤੱਕ ਉਹਨੂੰ ਰਿਵਰਸ ਆਰਡਰ ਦੇ ਵਿੱਚ ਲਿਖਿਆ ਹੋਇਆ ਹੈ ਅਤੇ ਉਹਨੂੰ ਹੀ ਨੰਬਰਿੰਗ ਕਰ ਦਿੱਤੀ ਹੈ। ਹੁਣ ਇੱਥੇ ਮੈਂ Z ਨੂੰ 1 ਨੰਬਰ ਦਿੱਤਾ ਹੈ ਅਤੇ A ਨੂੰ ਜਿਹੜਾ ਹੈ ਉਹ 26th ਨੰਬਰ ਦਿੱਤਾ ਹੈ। ਦੈਨ ਵਿਚ ਲੈਟਰ ਵੁੱਡ ਬੀ ਐਗਜ਼ੈਕਟਲੀ ਇਨ ਦੀ ਮਿਡਲ, ਸੋ ਮਿਡਲ ਦੇ ਵਿੱਚ ਸਾਨੂੰ ਪਤਾ ਹੈ ਕਿ ਟੋਟਲ A ਤੋਂ ਲੈ ਕੇ Z ਤੱਕ ਜਿਹੜੇ ਹਨ ਉਹ 26 ਅਲਫਾਬੈਟ ਹੁੰਦੇ ਹਨ। ਸੋ 26 ਦਾ ਮਤਲਬ ਕੀ ਹੈ ਕਿ 13 ਇੱਕ ਪਾਸੇ ਅਤੇ ਬਾਕੀ 13 ਜਿਹੜੇ ਹਨ ਉਹ ਬਿਲਕੁਲ ਇੱਕ ਪਾਸੇ ਆਉਂਦੇ ਹਨ। ਸੋ ਮਿਡਲ ਦੇ ਵਿੱਚ ਜਿਹੜਾ ਹੈ ਕੋਈ ਵੀ ਅਲਫਾਬੈਟ ਜਿਹੜਾ ਬਿਲਕੁਲ ਐਗਜ਼ੈਕਟ ਮਿਡਲ ਦੇ ਵਿੱਚ ਸਾਡੇ ਕੋਲ 2 ਅਲਫਾਬੈਟ ਹਨ N ਅਤੇ M। ਸੋ ਇੱਕ ਜਿਹੜਾ ਅਲਫਾਬੈਟ ਹੈ ਉਹਨੂੰ ਆਪਾਂ ਮਿਡਲ ਦੇ ਵਿੱਚ ਨਹੀਂ ਕਹਿ ਸਕਦੇ। ਸੋ ਜਿਹੜਾ ਇਹਦਾ ਕਰੈਕਟ ਆਨਸਰ ਹੋਏਗਾ ਦੈਟ ਇਜ਼ ਨਨ ਆਫ these is the correct answer. So next question is, if the above alphabet is written in the reverse order, so ਜਿਵੇਂ ਕਿ ਇਹ reverse order ਦੇ ਵਿੱਚ ਮੈਂ ਲਿਖ ਲਏ ਹਨ, which will be the 5th letter to the left, this is the first part, of the 9th letter from the right. So right side ਜਿਹੜੀ ਹੈ ਇਹ ਵਾਲੀ right side ਹੈ, ਇਹਦੇ ਤੋਂ 9th ਨੰਬਰ ਦੇ ਉੱਤੇ ਕਿਹੜਾ ਲੈਟਰ ਹੈ 1 2 3 4 5 6 7 8 9, ਸੋ I ਜਿਹੜਾ ਹੈ that is at the 9th place from the right hand side, and first statement ਕੀ ਹੈ 5th letter to the left, ਸੋ ਇਹਦੇ 5th ਦੇ ਉੱਤੇ ਕਿਹੜਾ ਲੈਟਰ ਪਿਆ ਹੈ 1 2 3 4 and 5, ਸੋ ਲੈਟਰ N ਜਿਹੜਾ ਹੈ ਇਸ ਸਟੇਟਮੈਂਟ ਦੇ ਲਈ ਅਸੀਂ ਜਿਹੜਾ ਹੈ ਕਰੈਕਟ ਲੈਟਰ ਫਾਈਂਡ ਆਊਟ ਕੀਤਾ ਹੈ। ਸੋ ਆਪਸ਼ਨ B is the correct answer for this question. So next question is, if the above alphabet is written in the reverse order, so reverse order ਦੇ ਵਿੱਚ ਆਪਾਂ ਲਿਖ ਲਿਆ ਹੈ, what will be the 4th letter to the right of the 13th letter from the left? ਸੋ ਲੈਫਟ ਤੋਂ 13 ਨੰਬਰ ਦੇ ਉੱਤੇ ਕਿਹੜਾ ਲੈਟਰ ਪਿਆ ਹੈ ਦੈਟ ਇਜ਼ ਲੈਟਰ N, ਐਂਡ ਵਿਚ ਇਜ਼ 4th letter to the right, ਸੋ ਇਹਦੇ ਰਾਈਟ 4th ਲੈਟਰ ਛੱਡ ਕੇ ਕਿਹੜਾ ਲੈਟਰ ਪਿਆ ਹੈ 1 2 3 ਐਂਡ 4, ਸੋ J ਜਿਹੜਾ ਹੈ ਦੈਟ ਇਜ਼ ਦੀ ਕਰੈਕਟ ਆਨਸਰ ਫਾਰ ਦਿਸ ਕੁਐਸਚਨ। ਸੋ ਇਸ ਤਰ੍ਹਾਂ ਦੇ ਅਲਫਾਬੈਟ ਸੀਰੀਜ਼ ਦੇ ਵਿੱਚ ਵੀ ਕਈ ਵਾਰੀ ਜਿਹੜੀ ਸੀਰੀਜ਼ ਹੈ ਉਹਨੂੰ ਰਿਵਰਸ ਕਰਕੇ ਵੀ ਕਈ ਵਾਰੀ ਕੁਐਸਚਨ ਪੁੱਛੇ ਜਾਂਦੇ ਹਨ। ਸੋ ਇੱਦਾਂ ਦੇ ਕੁਐਸਚਨ ਵੀ ਤੁਸੀਂ ਜਿਹੜੇ ਹਨ ਉਹਨਾਂ ਦੀ ਪ੍ਰੈਕਟਿਸ ਕਰ ਲੈਣੀ ਹੈ। ਸੋ ਲਾਸਟ ਕੁਐਸਚਨ ਇੱਦਾਂ ਦਾ ਆਪਾਂ ਕਰਦੇ ਹਾਂ, ਸੋ ਇਫ ਓਨਲੀ ਦੀ ਫਸਟ ਹਾਫ ਆਫ ਦੀ ਗਿਵਨ ਅਲਫਾਬੈਟ ਇਜ਼ ਰਿਵਰਸਡ, ਹੁਣ ਫਸਟ ਹਾਫ ਜਿਹੜਾ ਹੈ ਸੋ ਦੈਟ ਇਜ਼ ਫਰੋਮ A to M, ਉਹ ਕਹਿ ਰਿਹਾ ਹੈ ਕਿ ਇਹਨੂੰ ਆਪਾਂ ਰਿਵਰਸ ਕਰ ਦਿੱਤਾ ਹੈ। ਰਿਵਰਸ ਦਾ ਮਤਲਬ ਕੀ ਹੈ ਕਿ ਮੈਂ M ਨੂੰ ਪਹਿਲੇ ਨੰਬਰ 'ਤੇ ਲਿਖ ਲਿਆ L K J I H G F E D C B and A, ਸੋ ਇਹਨੂੰ ਆਪਾਂ ਰਿਵਰਸ ਆਰਡਰ ਦੇ ਵਿੱਚ ਲਿਖ ਲਿਆ ਹੈ ਫਸਟ ਹਾਫ ਨੂੰ। ਹਾਊ ਮੈਨੀ ਲੈਟਰ ਵਿਲ ਬੀ ਦੇਅਰ ਬਿਟਵੀਨ K and R, ਹੁਣ K ਦੀ ਜਿਹੜੀ ਪੋਜੀਸ਼ਨ ਹੈ ਦੈਟ ਇਜ਼ ਦਿਸ ਵਨ, ਐਂਡ R ਜਿਹੜਾ ਹੈ ਦੈਟ ਇਜ਼ ਐਟ ਦਿਸ ਪੋਜੀਸ਼ਨ। ਸੋ ਇਹਨਾਂ ਦੋਵਾਂ K ਅਤੇ R ਦੇ ਵਿਚਕਾਰ ਹੁਣ ਕਿੰਨੇ ਲੈਟਰ ਹਨ ਉਹਨੂੰ ਆਪਾਂ ਕਾਊਂਟ ਕਰ ਲੈਣਾ ਹੈ 1 2 3 4 5 6 7 8 9 10 11 12 13 14, ਸੋ K ਅਤੇ R ਦੇ ਵਿਚਕਾਰ ਟੋਟਲ ਕਿੰਨੇ ਅਲਫਾਬੈਟ ਜਿਹੜੇ ਹਨ ਦੈਟ ਇਜ਼ 14, ਸੋ ਆਪਸ਼ਨ C is the correct answer for this problem. ਸੋ ਇੱਦਾਂ ਦੇ ਜਿਹੜੇ ਕੁਐਸਚਨ ਹਨ, ਸੋ these are 5 questions ਜਿਹੜੇ ਕਿ ਮੈਂ ਤੁਹਾਨੂੰ ਅਸਾਈਨਮੈਂਟ ਦੇ ਰੂਪ ਦੇ ਵਿੱਚ ਦਿੱਤੇ ਹਨ। ਸੋ ਇਹਨਾਂ ਨੂੰ ਤੁਸੀਂ ਜਿਹੜਾ ਹੈ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਆਪਣੇ ਜਿਹੜੇ ਆਨਸਰ ਹਨ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ। ਸੋ ਇਹਨਾਂ ਦੇ ਜਿਹੜੇ ਆਨਸਰ ਹਨ ਉਹ ਮੈਂ 1 ਜਾਂ 2 ਦਿਨਾਂ ਦੇ ਵਿੱਚ ਜਿਹੜੇ ਹਨ ਉਹ ਕਮੈਂਟ ਬਾਕਸ ਦੇ ਵਿੱਚ ਆਪਾਂ
ਕਰੈਕਟ ਜਿਹੜੇ ਆਨਸਰ ਹਨ ਉਹਨਾਂ ਨੂੰ ਪੋਸਟ ਕਰ ਦੇਵਾਂਗੇ, ਤੁਸੀਂ ਜਿਹੜੇ ਹਨ ਉੱਥੋਂ ਚੈੱਕ ਕਰ ਸਕਦੇ ਹੋ। ਸੋ ਜੇ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਤਾਂ ਉਹ ਆਪਣੀ ਜਿਹੜੀ ਕੁਐਰੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦਾ ਹੈ। ਸੋ ਓਕੇ ਡੀਅਰ ਸਟੂਡੈਂਟਸ, ਆਈ ਹੋਪ ਕਿ ਤੁਸੀਂ ਅੱਜ ਦਾ ਲੈਕਚਰ ਜਿਹੜਾ ਹੈ ਉਹਨੂੰ ਪਸੰਦ ਕੀਤਾ ਹੋਏਗਾ। ਸੋ ਇਸੇ ਤਰ੍ਹਾਂ ਹੀ ਆਪਾਂ ਹੋਰ NMMS ਦੇ ਮੈਥ ਦੇ ਨਾਲ ਰਿਲੇਟਡ ਪ੍ਰੋਬਲਮਸ ਦੇ ਬਾਰੇ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਟਿਲ ਦੈਨ ਗੁੱਡ ਬਾਏ, ਸੀ ਯੂ ਇਨ ਦੀ ਨੈਕਸਟ ਲੈਕਚਰ।